ਭਾਰਤ ਦੇ ਵਿੱਚ ਤਬਾਹ ਹੋਣ ਵਾਲੇ ਮੁਸਾਫਰ ਹਵਾਈ ਜਹਾਜ਼ ਦੇ ਉੱਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ, ਉਹਨਾਂ ਦੇ ਭਰਾ ਨਵਾਜ਼ ਸ਼ਰੀਫ ਔਰ ਬਿਲਾਵਲ ਜ਼ਰਦਾਰੀ ਵੱਲੋਂ ਸੋਗ ਸਤਰਾਂ ਔਰ ਅਫਸੋਸ ਦਾ ਇਜ਼ਹਾਰ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇੱਕ ਵਾਰ ਫੇਰ ਪਾਕਿਸਤਾਨ ਔਰ ਭਾਰਤ ਨੂੰ ਸੱਦਾ ਦਿੱਤਾ ਹੈ ਕਿ ਆਓ ਪਰਿਆ 'ਚ ਬਿਠਾ ਕੇ ਤੁਹਾਡਾ ਕਸ਼ਮੀਰ ਦਾ ਮੁੱਦਾ ਹੱਲ ਕਰ ਦੇਵਾਂ। ਇਸ ਸੱਚ ਦੇ ਉੱਤੇ ਖੜੇ ਹਾਂ ਕਿ ਅਸੀਂ ਅੱਜ ਵੀ ਅਤਗਰਦੀ ਦਾ ਸ਼ਿਕਾਰ ਹਾਂ ਔਰ ਅਮਰੀਕਾ ਇਸ ਸੱਚ ਨੂੰ ਜਾਣਦਾ ਹੈ ਕਿ ਅਸੀਂ ਅਤਗਰਦਾਂ ਨਾਲ ਕਿੱਦਾਂ ਨਿਬੜੇ ਹਾਂ। ਆਖਣਾ ਹੈ ਬਿਲਾਵਲ ਜ਼ਰਦਾਰੀ ਦਾ BBC ਨੂੰ ਦਿੱਤੇ ਇੰਟਰਵਿਊ 'ਚ ਸੂਬੇ ਖੈਬਰ ਪਖਤੂਨਖਵਾ ਦੇ ਜ਼ਿਲ੍ਹੇ ਕੁਰਮ ਦੇ ਵਿੱਚ ਅਤਗਰਦਾਂ ਦਾ ਫੋਰਸਿਸ ਦੇ ਉੱਤੇ ਹਮਲਾ, 2 ਹਲਾਕਤਾਂ ਜਦਕਿ ਅਤਗਰਦ ਫਰਾਰ, 1 ਗ੍ਰਿਫਤਾਰ। ਲਹਿੰਦੇ ਪੰਜਾਬ ਦੇ ਦੱਖਣੀ ਜ਼ਿਲ੍ਹੇ ਇਸ ਵੇਲੇ ਅਤਗਰਦੀ ਔਰ ਲਹੂ ਲੁਹਾਨ ਕਾਰਵਾਈਆਂ ਦੀ ਲਪੇਟ ਦੇ ਵਿੱਚ ਤੇ ਸੁਣਿਆ ਜੇ ਕਿ ਨੂਰ ਮੁਕੱਦਮ ਕੇਸ 'ਚ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਆਪਣਾ ਭਰਵਾਂ ਫੈਸਲਾ ਦਿੱਤਾ। ਕੀ ਲਿਖਿਆ ਹੈ? ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ। ਮੇਰੇ ਵੱਲੋਂ ਸਭ ਦੇਖਣ ਔਰ ਸੁਣਨ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਹ ਵੱਡੀਆਂ ਖਬਰਾਂ ਲੈ ਕੇ ਅਸੀਂ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA, ਪੰਜਾਬੀ TV USA, ਇਹਨਾਂ ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਹਾਜ਼ਰ ਹੁੰਨੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 4087227698 4087227698 ਹੈ ਔਰ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ TV USA ਔਰ ਪੰਜਾਬੀ ਰੇਡੀਓ USA ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾ ਸਕਦੀਆਂ ਨੇ, ਜਿੱਥੇ ਜਾ ਕੇ ਤੁਸੀਂ ਇਹ ਖਬਰਾਂ ਸੁਣ ਔਰ ਵੇਖ ਵੀ ਸਕਦੇ ਜੇ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਚੱਲਨੇ ਹਾਂ। ਇਹ ਦੁੱਖ ਸਰਹੱਦਾਂ ਤੋਂ ਵੱਡਾ ਹੈ ਔਰ ਸਰਹੱਦਾਂ ਦੀ ਐਲਾਨ ਤੋਂ ਅੱਗੇ ਹੈ ਔਰ ਅਸੀਂ ਇਸ ਦੁੱਖ ਨੂੰ ਆਪਣਾ ਸਮਝਨੇ ਆ। ਇਹ ਆਖਣਾ ਹੈ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦਾ, ਜਿਨ੍ਹਾਂ ਨੇ ਭਾਰਤ ਦੇ ਵਿੱਚ ਤਬਾਹ ਹੋਣ ਵਾਲੇ ਮੁਸਾਫਰ ਹਵਾਈ ਜਹਾਜ਼ ਦੇ ਵਿੱਚ ਹੋਣ ਵਾਲੀਆਂ ਹਲਾਕਤਾਂ ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ ਹੈ ਔਰ ਆਵਾਮ ਦੇ ਨਾਲ ਦੁੱਖਾਂ ਦੀ ਘੜੀ ਦੇ ਵਿੱਚ ਬਰਾਬਰ ਦੇ ਸ਼ਰੀਕ ਹਾਂ। ਉਹਨਾਂ ਨੇ ਭਾਰਤੀ ਆਵਾਮ ਦੇ ਨਾਲ ਭਾਰਤੀ ਪ੍ਰਾਈਮ ਮਿਨਿਸਟਰ ਲਈ ਛੱਡੇ ਸੁਨਾਹ ਦੇ ਵਿੱਚ ਆਖਿਆ ਹੈ ਕਿ ਸਾਨੂੰ ਦੁੱਖ ਹੈ ਕਿ ਇੱਕ ਮੁਸਾਫਰ ਹਵਾਈ ਜਹਾਜ਼ ਦੇ ਤਬਾਹ ਹੋਣ ਦੇ ਨਾਲ ਭਾਰਤ ਦੇ ਵਿੱਚ ਵੱਡੀ ਗਿਣਤੀ 'ਚ ਹਲਾਕਤਾਂ ਹੋਈਆਂ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਤੋਂ ਅੱਡ ਪਾਕਿਸਤਾਨ ਮੁਸਲਿਮ ਲੀਗ ਨੂਨ ਯਾਨੀ ਹੁਕਮਰਾਨ ਜਮਾਤ ਦੇ ਪ੍ਰਧਾਨ ਨਵਾਜ਼ ਸ਼ਰੀਫ ਹੋਣੇ ਔਰ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਔਰ ਪਾਕਿਸਤਾਨ ਦੇ ਹੁਣ ਦੇ ਫਾਰਨ ਮਿਨਿਸਟਰ ਬਿਲਾਵਲ ਜ਼ਰਦਾਰੀ ਹੋਣਾ ਦਾ ਵੀ ਆਖਣਾ ਹੈ ਕਿ ਭਾਰਤ ਦੇ ਵਿੱਚ ਮੁਸਾਫਰ ਹਵਾਈ ਜਹਾਜ਼ ਦੇ ਤਬਾਹ ਹੋਣ ਤੇ ਸਾਨੂੰ ਸਖਤ ਦੁੱਖ ਔਰ ਚਿੰਤਾ ਹੈ ਔਰ ਇਸ ਹਾਦਸੇ ਦੇ ਵਿੱਚ ਮੌਣ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦਾ ਇਜ਼ਹਾਰ ਕਰਨੇ ਹਾਂ। ਇਨਸਾਨੀ ਜਾਨਾਂ ਦਾ ਜ਼ਿਆ ਕਿਤੇ ਵੀ ਹੋਵੇ, ਕਿਸੇ ਵੀ ਕੁਦਰਤੀ ਆਫਤ ਦੇ ਵਿੱਚ ਹੋਵੇ, ਅਸੀਂ ਉਹਦੇ ਉੱਤੇ ਦੁੱਖ ਵਿਖਾਲਨੇ ਔਰ ਦੁੱਖ ਦੀ ਇਸ ਘੜੀ 'ਚ ਇਹਨਾਂ ਸਾਰੇ ਲੋਕਾਂ ਦੇ ਨਾਲ ਹਮਦਰਦੀ ਕਰਨੇ ਹਾਂ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇੱਕ ਵਾਰ ਨਹੀਂ ਹੁਣ ਦੂਜੀ ਵਾਰ ਫੇਰ ਪਾਕਿਸਤਾਨ ਔਰ ਭਾਰਤ ਨੂੰ ਇਹ ਸੱਦਾ ਦਿੱਤਾ ਹੈ ਕਿ ਆਓ ਕਸ਼ਮੀਰ ਦਾ ਉਹ ਮੁੱਦਾ ਜਿਹੜਾ ਦੋਹਾਂ ਮੁਲਕਾਂ ਵਿਚਕਾਰ ਫਸਾਦ ਦੀ ਜੜ ਹੈ ਉਹਨੂੰ ਇੱਕ ਪਰਿਆ 'ਚ ਬਿਠਾ ਕੇ ਮੈਂ ਨਿਬੇੜ ਦੇਣਾ ਹਾਂ। ਡੋਨਲਡ ਟਰੰਪ ਹੋਣਾ ਨੇ ਅੱਜ ਦਿੱਤੇ ਆਪਣੇ ਤਾਜ਼ਾ ਬਿਆਨ 'ਚ ਆਖਿਆ ਹੈ ਕਿ ਦੁਨੀਆ ਦੇ ਵਿੱਚ ਕੋਈ ਵੀ ਮਸਲਾ ਹੈ ਜਦੋਂ ਮੇਰੇ ਬੂਹੇ ਤੇ ਆ ਜਾਏਗਾ ਤਾਂ ਮੈਂ ਉਹਨੂੰ ਹੱਲ ਕਰਨ ਦੀ ਤਾਕਤ ਰੱਖਣਾ ਹਾਂ। ਯਾਦ ਰਵੇ ਕਿ ਇਸ ਤੋਂ ਪਹਿਲੇ ਵੀ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਪਾਕਿਸਤਾਨ ਔਰ ਭਾਰਤ ਨੂੰ ਇਹ ਮਸਲਾ ਨਿਬੇੜਨ ਲਈ ਸੱਦਾ ਦਿੱਤਾ ਸੀਗਾ ਔਰ ਆਫਰ ਕੀਤਾ ਸੀਗਾ ਕਿ ਅਸੀਂ ਇਸ ਪਰਿਆ 'ਚ ਬਹਿ ਕੇ ਦੋਵੇਂ ਮੁਲਕਾਂ ਨੂੰ ਇੱਕ ਗੱਲ ਦੇ ਉੱਤੇ ਲਿਆ ਸਕਨੇ ਹਾਂ। ਪਾਕਿਸਤਾਨ ਵੱਲੋਂ ਤੇ ਇਹਦੇ ਹਾਮੀ ਪਹਿਲਾਂ ਵੀ ਭਰੀ ਗਈ ਔਰ ਹੁਣ ਵੀ ਪਾਕਿਸਤਾਨ ਵੱਲੋਂ ਇਸ ਬਿਆਨ ਨੂੰ ਜੀ ਆਇਆਂ ਨੂੰ ਆਖਿਆ ਗਿਆ ਹੈ। ਪਾਕਿਸਤਾਨ ਦੇ ਫਾਰਨ ਆਫਿਸ ਜਾਂ ਸਰਕਾਰੀ ਪੱਧਰ ਦੇ ਉੱਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰ ਪਾਕਿਸਤਾਨ ਪਹਿਲਾਂ ਹੀ ਇਸ ਪਰਿਆ ਲਈ ਰਾਜ਼ੀ ਹੈ, ਜਦਕਿ ਭਾਰਤ ਵੱਲੋਂ ਨਾ ਤੇ ਪਹਿਲਾਂ ਕਿਸੇ ਪਾਸਿਓਂ ਕਿਸੇ ਕਿਸਮ ਦਾ ਕੋਈ ਜਵਾਬ ਆਇਆ ਔਰ ਨਾ ਹੁਣ ਇਹਦੇ ਉੱਤੇ ਕੋਈ ਤਬਸਰਾ ਆ ਰਿਹਾ ਹੈ। ਪਰ ਡੋਨਲਡ ਟਰੰਪ ਹੋਣਾ ਦਾ ਆਖਣਾ ਹੈ ਕਿ ਇਸ ਤੋਂ ਪਹਿਲਾਂ ਵੀ ਦੋਵੇਂ ਮੁਲਕਾਂ ਦੀ ਲੜਾਈ ਦੇ ਵਿੱਚ ਜਦੋਂ ਇਹ ਦੋਵੇਂ ਜੰਗ ਦੇ ਬਿਲਕੁਲ ਕੰਢੇ ਅੱਪੜ ਗਏ ਸਨ ਔਰ ਲੜਾਈ ਜ਼ੋਰਾਂ ਤੇ ਸੀਗੀ, ਉਦੋਂ ਮੈਂ ਦੋਵਾਂ ਮੁਲਕਾਂ ਦੇ ਜ਼ਿੰਮੇਦਾਰਾਂ ਨੂੰ ਟੈਲੀਫੋਨ ਕਰਕੇ ਨਾ ਸਿਰਫ ਇਹ ਲੜਾਈ ਰੁਕਵਾਈ ਬਲਕਿ ਇਹਨਾਂ ਨੂੰ ਇੱਕ ਵਪਾਰ ਦੀ ਧਮਕੀ ਦੇ ਕੇ ਜੰਗ ਤੋਂ ਵੀ ਰੋਕਿਆ। ਉਹਨਾਂ ਨੇ ਆਖਿਆ ਕਿ ਮੈਂ ਦੋ ਟੋਕ ਲਫ਼ਜ਼ਾਂ 'ਚ ਆਖਿਆ ਸੀਗਾ ਕਿ ਜੇ ਦੋਵੇਂ ਮੁਲਕ ਅਮਨ ਦੇ ਨਾਲ ਰਹਿਣਗੇ, ਏਕਤਾ ਦੇ ਨਾਲ ਰਹਿਣਗੇ ਤੇ ਅਸੀਂ ਦੋਵਾਂ ਵਾਸਤੇ ਵਪਾਰ ਲਈ ਆਪਣੇ ਬੂਹੇ ਖੋਲਾਂਗੇ ਤੇ ਜੇ ਦੋਵੇਂ ਮੁਲਕ ਜੰਗ ਦੇ ਬੂਹੇ ਗਏ ਜਾਂ ਦੋਵਾਂ ਨੇ ਜੰਗ ਕੀਤੀ ਤੇ ਫਿਰ ਅਮਰੀਕਾ ਦੋਵਾਂ ਦੇ ਵਿੱਚੋਂ ਕਿਸੇ ਦੇ ਨਾਲ ਵੀ ਵਪਾਰ ਕਰਨ ਵਾਸਤੇ ਬਿਲਕੁਲ ਇੰਟਰਸਟਿਡ ਨਹੀਂ। ਡੋਨਲਡ ਟਰੰਪ ਹੋਣਾ ਨੇ ਆਖਿਆ ਕਿ ਦੋਵੇਂ ਮੁਲਕਾਂ ਵਿਚਕਾਰ ਅਸੀਂ ਕਸ਼ਮੀਰ ਦੇ ਮਾਮਲੇ ਦੇ ਉੱਤੇ ਪਰਿਆ ਬਿਠਾਉਣ ਨੂੰ ਤਿਆਰ ਹਾਂ। ਲੋੜ ਇਸ ਦੀ ਹੈ ਕਿ ਦੋਵੇਂ ਮੁਲਕਾਂ ਦੇ ਵਿੱਚੋਂ ਕੋਈ ਸਾਹਮਣੇ ਆਵੇ। ਉਮੀਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਅਗਲੇ ਕੁਝ ਘੰਟੇ ਦੇ ਉੱਤੇ ਇਹਦੇ ਤੇ ਸਰਕਾਰੀ ਰਿਪਲਾਈ ਦੇਗਾ। ਅਸੀਂ ਸੱਚ ਦੇ ਉੱਤੇ ਖੜੇ ਹਾਂ। ਅਸੀਂ ਅਤਗਰਦਾਂ ਦੇ ਨਾਲ ਕਿੱਦਾਂ ਨਿਬੜ ਰਹੇ ਹਾਂ ਇਹ ਅਮਰੀਕਾ ਵੀ ਜਾਣਦਾ ਹੈ। ਪਾਕਿਸਤਾਨ ਅਤਗਰਦੀ ਦੇ ਵਿੱਚ 90,000 ਤੋਂ ਬਹੁਤੀਆਂ ਜਾਨਾਂ ਗਵਾ ਚੁੱਕਿਆ ਹੈ। ਇਹ ਆਖਣਾ ਹੈ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਔਰ ਪਾਕਿਸਤਾਨ ਵੱਲੋਂ 10 ਮੈਂਬਰਾਂ ਦੇ ਉਸ ਪਾਰਲੀਮਾਨੀ ਜੱਥੇ ਦੇ ਪ੍ਰਧਾਨ ਬਿਲਾਵਲ ਜ਼ਰਦਾਰੀ ਹੋਣਾ ਦਾ, ਜਿਹੜੇ ਅਮਰੀਕਾ ਦਾ ਫੇਰਾ ਪੂਰਾ ਕਰਕੇ ਹੁਣ ਪਾਕਿਸਤਾਨ ਦੀ ਗੱਲ ਦੱਸਣ ਵਾਸਤੇ ਜਾਂ ਸਫਾਰਤੀ ਮਹਾਜ਼ ਤੇ ਆਪਣੀ ਗੱਲ ਦੂਸਰੇ ਮੁਲਕਾਂ ਤੱਕ ਅਪਣਾਉਣ ਲਈ ਇਸ ਵੇਲੇ ਇੰਗਲੈਂਡ 'ਚ ਨੇ। BBC ਨੂੰ ਲੰਡਨ ਦੇ ਵਿੱਚ ਦਿੱਤੇ ਇੱਕ ਇੰਟਰਵਿਊ 'ਚ ਉਹਨਾਂ ਨੇ ਆਖਿਆ ਕਿ ਭਾਰਤ ਹਰ ਵਾਰ ਝੂਠ ਦਾ ਇੱਕ ਪਲੰਦਾ ਲੈ ਕੇ ਸਾਹਮਣੇ ਆਉਂਦਾ ਆ ਔਰ ਉਹਦਾ ਝੂਠ ਉਦੋਂ ਪੁੰਗਰਦਾ ਹੈ ਜਦੋਂ ਉਹਨੇ ਕਿਤੇ ਨਾ ਕਿਤੇ ਇਲੈਕਸ਼ਨ ਦੇ ਵਿੱਚ ਕੋਈ ਨਤੀਜੇ ਲੈਣੇ ਹੋਣ। ਪਾਕਿਸਤਾਨ ਦੇ ਨਾਲ ਨਫ਼ਰਤ ਔਰ ਇਲਜ਼ਾਮਾਂ ਦੇ ਸਿਰ ਤੇ ਉਹ ਇਲੈਕਸ਼ਨਾਂ ਦੇ ਵਿੱਚ ਚੋਣਾਂ 'ਚ ਵੋਟਾਂ ਲੈਣ ਖਾਤਰ ਇਹ ਸਾਰੇ ਡਰਾਮੇ ਰਚਾਉਂਦੇ ਨੇ। ਪਾਕਿਸਤਾਨ ਨੇ ਪਹਿਲਾਂ ਆਖਿਆ ਸੀਗਾ ਕਿ ਪਹਿਲਗਾਮ ਹਮਲੇ ਦੇ ਸਬੂਤ ਨੇ ਜਿਹੜੇ ਉਹ ਸਾਨੂੰ ਦਿੱਤੇ ਜਾਣ,
ਪਰ ਭਾਰਤ ਨੇ ਸਬੂਤ ਨਾ ਦਿੱਤੇ, ਉਲਟਾ ਪਾਕਿਸਤਾਨ ਤੇ ਹਮਲਾ ਕੀਤਾ। ਇਸ ਤੋਂ ਬਾਅਦ ਅਸੀਂ ਹਮਲੇ ਦਾ ਜਵਾਬ ਜ਼ਰੂਰ ਦਿੱਤਾ ਔਰ ਆਉਣ ਵਾਲੇ ਵੇਲੇ ਦੇ ਵਿੱਚ ਵੀ ਇਹੋ ਜਿਹੇ ਹਮਲੇ ਨੇ ਜਿਹੜੇ ਉਹਨਾਂ ਦਾ ਜਵਾਬ ਦੇਣ ਲਈ ਬਿਲਕੁਲ ਤਿਆਰ ਹਾਂ। ਭਾਰਤ ਵੱਲੋਂ ਪਾਕਿਸਤਾਨ ਦੇ ਦਰਿਆਵਾਂ ਦੇ ਪਾਣੀ ਨੂੰ ਰੋਕਣ ਦੇ ਇੱਕ ਮਾਮਲੇ ਦੇ ਉੱਤੇ ਪੁੱਛੇ ਗਏ ਸਵਾਲ ਤੇ ਬਿਲਾਵਲ ਹੋਣਾ ਦਾ ਆਖਣਾ ਸੀਗਾ ਕਿ ਪਾਕਿਸਤਾਨ ਦੀ 24 ਕਰੋੜ ਤੋਂ ਵੱਧ ਆਬਾਦੀ ਦੀ ਜ਼ਿੰਦਗੀ ਇਸ ਪਾਣੀ ਦੇ ਨਾਲ ਜੁੜੀ ਹੈ। ਭਾਰਤ ਵੱਲੋਂ ਜਦੋਂ ਇਸ ਪਾਣੀ ਨੂੰ ਰੋਕਿਆ ਜਾਏਗਾ ਤੇ ਅਸੀਂ ਅਲਲ ਐਲਾਨ ਦੁਨੀਆ ਨੂੰ ਦੋ ਟੋਕ ਲਫ਼ਜ਼ਾਂ 'ਚ ਦੱਸ ਰਹੇ ਹਾਂ ਕਿ ਇਹ ਜੰਗ ਦੀ ਸ਼ੁਰੂਆਤ ਹੋਏਗੀ ਔਰ ਇਹਦੀ ਪਹਿਲ ਭਾਰਤ ਉਦੋਂ ਕਰੇਗਾ ਜਦੋਂ ਪਾਕਿਸਤਾਨ ਦਾ ਪਾਣੀ ਰੋਕਿਆ ਜਾਏਗਾ। ਸਾਡਾ ਪਾਣੀ ਜਦੋਂ ਰੋਕਿਆ ਜਾਏਗਾ ਅਸੀਂ ਉਦੋਂ ਹੀ ਇਹਨੂੰ ਜੰਗ ਸਮਝਾਂਗੇ ਔਰ ਇਹਦਾ ਭਰਵਾਂ ਜਵਾਬ ਦਵਾਂਗੇ। ਖੈਬਰ ਪਖਤੂਨਖਵਾ ਜ਼ਿਲ੍ਹੇ ਦੇ ਕੁਰਮ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਅਤਗਰਦਾਂ ਵੱਲੋਂ ਫੋਰਸਿਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਤਲਾਹਾਂ ਮਿਲ ਰਹੀਆਂ ਨੇ ਕਿ ਇਸ ਵਾਰ ਇੱਕ ਚੈੱਕ ਪੋਸਟ ਦੇ ਉੱਤੇ ਹਮਲਾ ਕੀਤਾ ਗਿਆ, ਜਿਹਦੇ 'ਚ ਹਜੇ ਤੱਕ ਪਾਕਿਸਤਾਨ ਵੱਲੋਂ ਸਰਕਾਰੀ ਪੱਧਰ ਦੇ ਉੱਤੇ 2 ਫੋਰਸਿਸ ਜਵਾਨਾਂ ਦੇ ਮੌਤ ਸਮੇਤ 7 ਦੇ ਫੱਟਰ ਹੋਣ ਦੀ ਤਸਦੀਕ ਕੀਤੀ ਗਈ ਹੈ, ਜਦਕਿ ਇਹ ਸਾਰੇ ਅਤਗਰਦ ਹਮਲਾ ਕਰਨ ਤੋਂ ਬਾਅਦ ਨੱਸ ਕੇ, ਜਿਹਦੇ ਤੋਂ ਬਾਅਦ ਇਲਾਕੇ ਦੀ ਨਾਕਾਬੰਦੀ ਕਰਕੇ ਮਸੀਤਾਂ ਦੇ ਸਪੀਕਰਾਂ ਦੇ ਵਿੱਚ ਐਲਾਨ ਕੀਤਾ ਗਿਆ ਔਰ ਇਹਨਾਂ ਦਾ ਪਿੱਛਾ ਕੀਤਾ ਗਿਆ, ਜਿਹਦੇ ਤੋਂ ਬਾਅਦ ਇੱਕ ਅਤਗਰਦ ਫੜਿਆ ਗਿਆ ਹੈ ਜਿਹਨੇ ਇਹ ਦੱਸਿਆ ਹੈ ਕਿ ਉਹ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ ਵੜੇ ਔਰ ਇਸ ਚੈੱਕ ਪੋਸਟ ਦੇ ਉੱਤੇ ਹਮਲਾ ਕੀਤਾ ਔਰ ਉਹਨਾਂ ਦੇ ਕੋਲ ਜਿਹੜਾ ਅਸਲਾ ਹੈ ਉਹ ਤਾਲਿਬਾਨਾਂ ਨੇ ਉਹਨਾਂ ਨੂੰ ਦਿੱਤਾ। ਯਾਦ ਰਵੇ ਕਿ ਤਹਿਰੀਕ ਤਾਲਿਬਾਨ ਪਾਕਿਸਤਾਨ ਉਹ ਤਨਜ਼ੀਮ ਹੈ ਜਿਹਦੇ 'ਚ ਪਾਕਿਸਤਾਨ ਦੇ ਵਿੱਚ ਪਾਬੰਦੀ ਹੈ ਔਰ ਪਾਕਿਸਤਾਨ ਬਾਰ-ਬਾਰ ਅਫਗਾਨ ਤਾਲਿਬਾਨਾਂ ਨੂੰ ਕਹਿਣ ਡਿਆ ਹੈ ਕਿ ਉਹ ਆਪਣੇ ਇਸ ਧੜੇ ਨੂੰ ਪਾਕਿਸਤਾਨ ਦੇ ਵਿੱਚ ਆ ਕੇ ਦਰਅੰਦਾਜ਼ੀ ਕਰਕੇ ਪਾਕਿਸਤਾਨੀ ਟਿਕਾਣਿਆਂ ਦੇ ਉੱਤੇ ਹਮਲੇ ਕਰਨ ਤੋਂ ਰੋਕੇ। ਪਾਕਿਸਤਾਨੀ ਫੋਰਸਿਸ ਨੇ ਐਲਾਨ ਕਰਨ ਤੋਂ ਬਾਅਦ ਇਸ ਗ੍ਰਿਫਤਾਰੀ ਦੀ ਬਕਾਇਦਾ ਸਰਕਾਰੀ ਪੱਧਰ ਤੇ ਤਸਦੀਕ ਕੀਤੀ ਹੈ, ਜਦਕਿ ਇਸ ਸਾਰੀ ਕਾਰਵਾਈ ਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚ ਹਵਾਲਦਾਰ ਮੁਆਲੀ ਖਾਨ, ਹਵਾਲਦਾਰ ਜਹਾਦ ਹੁਸੈਨ ਤੂਰੀ, ਲਾਂਸ ਨਾਇਕ ਯੂਸਫ ਸੈयद ਅਯੂਬ, ਸਿਪਾਹੀ ਇਬਰਾਰ, ਸਿਪਾਹੀ ਉਸਮਾਨ, ਨਾਇਬ ਸੂਬੇਦਾਰ ਜਵੇਦ ਹੁਸੈਨ ਨੇ, ਜਿਨ੍ਹਾਂ ਨੂੰ ਹੈਲੀਕਾਪਟਰ ਦੇ ਰਾਹੀਂ ਪਿਸ਼ਾਵਰ ਅਪੜਾ ਦਿੱਤਾ ਗਿਆ ਹੈ ਔਰ ਉਹਨਾਂ ਦਾ ਹਸਪਤਾਲ 'ਚ ਇਲਾਜ ਔਰ ਦਵਾ ਦਾਰੂ ਚੱਲ ਰਿਹਾ ਹੈ। ਜਦਕਿ ਇਸ ਹਮਲੇ ਦੇ ਨਾਲ ਲਾਂਸ ਨਾਇਕ ਸਲੀਮ ਹੋਣੇ ਮੌਕੇ ਦੇ ਉੱਤੇ ਹੀ ਜਾਨ ਦੀ ਬਾਜ਼ੀ ਹਾਰ ਗਏ, ਜਦਕਿ ਇੱਕ ਅਹਿਲਕਾਰ ਜਿਹਨੂੰ ਹਸਪਤਾਲੀ ਅਪੜਾਇਆ ਗਿਆ ਸੀਗਾ ਉੱਥੇ ਦਵਾ ਦਾਰੂ ਔਰ ਇਲਾਜ ਦੇ ਦੌਰਾਨ ਜਾਨ ਦੀ ਬਾਜ਼ੀ ਹਾਰ ਗਿਆ। ਲਹਿੰਦੇ ਪੰਜਾਬ ਦੇ ਦੱਖਣੀ ਪਾਸੇ ਦੇ ਜ਼ਿਲ੍ਹੇ ਅਤਗਰਦੀ ਦੀ ਲਹਿਰ ਦੇ ਵਿੱਚ ਨੇ ਔਰ ਇਹ ਲਹਿਰ ਅੱਜ ਦੀ ਨਹੀਂ ਬਲਕਿ ਪਿਛਲੇ 1 ਸਾਲ ਤੋਂ ਇਹਨਾਂ ਨੂੰ ਲਪੇਟ 'ਚ ਲੈ ਚੁੱਕੀ ਹੈ। ਇਹਦੇ ਵਿੱਚ ਸਭ ਤੋਂ ਵੱਡਾ ਨਾਂ ਜਿਹੜਾ ਸਾਹਮਣੇ ਆ ਰਿਹਾ ਹੈ ਉਹ ਹੈ ਇਮਰਾਨ ਖਾਨ ਦੇ ਜ਼ਿਲ੍ਹੇ ਮੀਆਂਵਾਲੀ ਦਾ, ਜਿੱਥੇ ਅਤਗਰਦਾਂ ਵੱਲੋਂ ਪੁਲਿਸ ਸਟੇਸ਼ਨਾਂ ਦੇ ਨਾਲ ਬਾਕੀ ਅੱਡੋ-ਅੱਡ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਜਾ ਨੰਬਰ ਹੈ ਰਾਜਨਪੁਰ ਜ਼ਿਲ੍ਹੇ ਦਾ। ਰਾਜਨਪੁਰ ਜ਼ਿਲ੍ਹਾ ਉਹੀ ਹੈ ਜਿੱਥੇ ਅੱਗੇ ਸਿੰਧ ਦਰਿਆ ਸ਼ੁਰੂ ਹੋ ਜਾਂਦਾ ਹੈ ਔਰ ਇੱਥੇ ਕੱਚੇ ਦੇ ਡਾਕੂਆਂ ਦੇ ਡੇਰੇ ਨੇ। ਪੁਲਿਸ ਵੱਲੋਂ ਕਾਰਵਾਈਆਂ ਕਰਕੇ ਕੱਚੇ ਦੇ ਡਾਕੂਆਂ ਦੇ ਇਹਨਾਂ ਡੇਰਿਆਂ ਨੂੰ ਸਾਫ਼ ਕੀਤਾ ਗਿਆ ਹੈ, ਪਰ ਵਕਫੇ ਦੇ ਨਾਲ ਪੁਲਿਸ ਚੌਕੀਆਂ, ਪੁਲਿਸ ਸਟੇਸ਼ਨਸ ਦੇ ਉੱਤੇ ਹਮਲੇ ਦੀਆਂ ਇਤਲਾਹਾਂ ਆਉਂਦੀਆਂ ਰਹਿੰਦੀਆਂ ਨੇ, ਜਿਹਦੇ ਵਿੱਚ ਕਈ ਵਾਰ ਤੇ ਇਹ ਹਮਲੇ ਨੇ ਜਿਹੜੇ ਇਹਨਾਂ ਨੂੰ ਠੱਪ ਦਿੱਤਾ ਜਾਂਦਾ ਹੈ ਔਰ ਮੁਕਾਬਲਾ ਕੀਤਾ ਜਾਂਦਾ ਔਰ ਕਈ ਵਾਰ ਜਾਨੀ ਤੇ ਮਾਲੀ ਨੁਕਸਾਨ ਦੀਆਂ ਇਤਲਾਹਾਂ ਸਾਹਮਣੇ ਆਉਂਦੀਆਂ ਨੇ। ਹੁਣ ਬਕਾਇਦਾ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਲਹਿੰਦੇ ਪੰਜਾਬ ਦਾ ਜ਼ਿਲ੍ਹਾ ਮੀਆਂਵਾਲੀ, ਰਾਜਨਪੁਰ ਔਰ ਡੇਰਾ ਇਸਮਾਈਲ ਖਾਨ ਇਹ 3 ਐਸੇ ਹਾਈ ਰੈਡ ਜ਼ੋਨਸ ਨੇ ਜਿਨ੍ਹਾਂ ਦੇ ਵਿੱਚ ਅਤਗਰਦਾਂ ਵੱਲੋਂ ਲਗਾਤਾਰ ਪਿਛਲੇ 1 ਸਾਲ ਤੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਹਜੇ ਤੱਕ ਇਹਨਾਂ 3 ਜ਼ਿਲ੍ਹਿਆਂ ਦੇ ਵਿੱਚ ਯਾਨੀ ਮੀਆਂਵਾਲੀ, ਰਾਜਨਪੁਰ ਔਰ ਡੇਰਾ ਇਸਮਾਈਲ ਖਾਨ 'ਚ ਹੋਣ ਵਾਲੇ ਹਮਲਿਆਂ 'ਚ ਪਿਛਲੇ 1 ਸਾਲ ਦੇ ਵਿੱਚ 22 ਪੁਲਿਸ ਮੁਲਾਜ਼ਮ ਜਾਨ ਦੀ ਬਾਜ਼ੀ ਹਾਰ ਗਏ ਨੇ। ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਨੁਕਸਾਨ ਦੇ ਵਿੱਚ 13 ਚੈੱਕ ਪੋਸਟਾਂ ਯਾਨੀ ਪੁਲਿਸ ਦੀਆਂ 13 ਚੈੱਕ ਪੋਸਟਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਹਦੇ 'ਚ ਰਾਕਟ ਲਾਂਚਰ, ਹੈਂਡ ਗ੍ਰੇਨੇਡ ਤੇ ਜਦੀਦ ਅਸਲੇ ਦੇ ਨਾਲ ਅਤਗਰਦਾਂ ਨੇ ਪੁਲਿਸ ਦੇ ਉੱਤੇ ਚੜ੍ਹਾਈ ਕੀਤੀ ਔਰ ਉਹਨਾਂ ਦੇ ਉੱਤੇ ਸਖਤ ਹਮਲੇ ਕੀਤੇ। ਨਾਲ ਹੀ ਆਖਿਆ ਜਾ ਰਿਹਾ ਹੈ ਕਿ ਮਈ ਮਹੀਨੇ ਦੇ ਵਿੱਚ 15 ਤੋਂ 20 ਅਤਗਰਦ ਨੇ ਜਿਹੜੇ ਉਹ ਤੌਂਸਾ ਦੇ ਇਲਾਕੇ ਝੰਗੀ ਚੈੱਕ ਪੋਸਟ ਦੇ ਉੱਤੇ ਹਮਲਾ ਕਰਨ ਤੇ ਕਾਮਯਾਬ ਰਹੇ, ਪਰ ਇਹਨਾਂ ਹਮਲਿਆਂ ਨੂੰ ਪੁਲਿਸ ਨੇ ਵੇਲੇ ਸਿਰ ਕਾਰਵਾਈ ਕਰਕੇ ਔਰ ਮੁਕਾਬਲਾ ਤਗੜਿਆਂ ਕਰਕੇ ਇਹਨੂੰ ਰੋਕ ਦਿੱਤਾ, ਜਦਕਿ ਇਹਨਾਂ ਮੁਕਾਬਲਿਆਂ ਦੇ ਵਿੱਚ 7 ਲੋਕਾਂ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਫੱਟਰ ਹੋਣ ਦੀ ਤਸਦੀਕ ਕੀਤੀ ਗਈ ਹੈ। ਯਾਦ ਰਵੇ ਕਿ ਦੱਖਣੀ ਪੰਜਾਬ ਦੇ ਵਿੱਚ ਅਤਗਰਦੀ ਦੀ ਇਸ ਲਹਿਰ ਵੱਲੋਂ ਪਹਿਲੀ ਵਾਰ ਪਾਕਿਸਤਾਨ ਵੱਲੋਂ ਸਰਕਾਰੀ ਪੱਧਰ ਤੇ ਕੋਈ ਗੱਲ ਮੰਨੀ ਗਈ ਹੈ। ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਆਪਣੇ ਘਰ ਬੁਲਾ ਕੇ ਆਪਣੀ ਦੋਸਤ ਨੂੰ ਕਤਲ ਕਰਨ ਵਾਲੇ ਮੁੰਡੇ ਦੀ ਸਜ਼ਾਏ ਮੌਤ ਨੂੰ ਕਾਇਮ ਰੱਖਿਆ ਸੀਗਾ। ਇਹ ਕਤਲ ਹੋਣ ਵਾਲੀ ਕੁੜੀ ਦਾ ਨਾਮ ਨੂਰ ਮੁਕੱਦਮ ਸੀ, ਜੋ ਪਾਕਿਸਤਾਨ ਦੇ ਇੱਕ ਅੰਬੈਸਡਰ ਦੀ ਧੀ ਸੀਗੀ, ਜਦਕਿ ਇਸ ਸਜ਼ਾ ਨੂੰ ਮੁਲਜ਼ਮ ਵੱਲੋਂ ਇਸ ਤੋਂ ਬਾਅਦ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਚੈਲੰਜ ਕੀਤਾ ਗਿਆ ਸੀਗਾ, ਜਦਕਿ ਇਸ ਮੁਕੱਦਮੇ ਦੇ ਵਿੱਚ ਪਹਿਲੇ ਤੋਂ ਹੀ ਇੱਕ ਸਜ਼ਾਏ ਮੌਤ ਨੂੰ ਮਾਫ ਕਰ ਦਿੱਤਾ ਗਿਆ ਸੀਗਾ। ਪਰ ਹੁਣ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਬੈਂਚ ਵੱਲੋਂ, ਜਿਹਦੀ ਕਿ ਪ੍ਰਧਾਨਗੀ ਜਸਟਿਸ ਹਾਸ਼ਮ ਖਾਨ ਕਾਕੜ ਹੋਣੇ ਕਰ ਰਹੇ ਸਨ, 13 ਸਫ਼ਿਆਂ ਦਾ ਭਰਵਾਂ ਫੈਸਲਾ ਜਿਹੜਾ ਉਹ ਦਿੱਤਾ ਗਿਆ ਹੈ। ਇਹ ਪਹਿਲਾ ਮੌਕਾ ਹੈ ਕਿ ਪਾਕਿਸਤਾਨ 'ਚ ਇਸ ਮਾਮਲੇ ਦੇ ਉੱਤੇ ਸੀਸੀਟੀਵੀ ਫੁਟੇਜ ਨੂੰ ਮੁੱਖ ਰੱਖ ਕੇ ਫੈਸਲਾ ਦਿੱਤਾ ਗਿਆ ਹੈ, ਜਿਹਨੂੰ ਅਦਾਲਤ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਹ ਸਾਇਲੈਂਟ ਪ੍ਰੂਫ ਥਿਊਰੀ ਹੈ, ਜਦਕਿ ਇਹਦੇ ਵਿੱਚ ਆਖਿਆ ਗਿਆ ਹੈ ਕਿ ਇਹ ਸੀਸੀਟੀਵੀ ਫੁਟੇਜ ਹੈ ਜਿਹੜੀ ਇਹਦੇ ਤੋਂ ਹੀ ਸਾਬਤ ਹੁੰਦਾ ਹੈ ਕਿ ਕੁੜੀ ਹੈ ਜਿਹੜੀ ਉਹ ਮੁੰਡੇ ਦੇ ਘਰ 'ਚ ਸੀਗੀ, ਉਹਦੇ ਸਾਹਮਣੇ ਸੀਗੀ ਔਰ ਉਸ ਤੋਂ ਬਾਅਦ ਉਹਨੂੰ ਕਤਲ ਕਰ ਦਿੱਤਾ ਗਿਆ ਔਰ ਕਤਲ ਕਰਕੇ ਉਹਦਾ ਸਿਰ ਆ ਜਿਹੜਾ ਉਹ ਧੜ ਤੋਂ ਵੱਖਰਿਆਂ ਕਰ ਦਿੱਤਾ ਗਿਆ। ਕਿਉਂਕਿ ਕੁੜੀ ਨੂੰ ਬੜੀ ਬੇਦਰਦੀ ਦੇ ਨਾਲ ਕਤਲ ਕੀਤਾ ਗਿਆ, ਇਸ ਕਰਕੇ ਮੁਲਜ਼ਮ ਕਿਸੇ ਕਿਸਮ ਦੀ ਰਹਿਣ ਦਾ
ਹੱਕਦਾਰ ਨਹੀਂ ਹੈ। ਇਸ ਕਰਕੇ ਉਹਦੀ ਸਜ਼ਾਏ ਮੌਤ ਹੈ ਜਿਹੜੀ ਉਹਨੂੰ ਕਾਇਮ ਰੱਖਿਆ ਜਾਂਦਾ ਹੈ, ਜਦਕਿ ਦੂਸਰੀ ਸਜ਼ਾਏ ਮੌਤ ਹੈ ਜਿਹੜੀ ਉਹਦੇ ਵਿੱਚ ਵੀ ਸਜ਼ਾਏ ਮੌਤ ਨੂੰ ਕਾਇਮ ਰੱਖਿਆ ਗਿਆ ਹੈ। ਤੀਜਾ ਜਿਹੜਾ ਇੱਕ ਮੁਕੱਦਮਾ ਜਿਹਦੇ ਵਿੱਚ ਸਜ਼ਾਏ ਮੌਤ ਦਿੱਤੀ ਗਈ ਸੀ ਕਿ ਇਰਾਦਤਨ ਕਤਲ ਕੀਤਾ ਗਿਆ, ਉਹਦੇ ਵਿੱਚ ਸਜ਼ਾਏ ਮੌਤ ਦੇ ਥਾਂ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਗਿਆ ਹੈ। ਯਾਦ ਰਵੇ ਕਿ ਨੂਰ ਮੁਕੱਦਮ ਕੇਸ ਪਾਕਿਸਤਾਨ 'ਚ ਇੱਕ ਹਾਈ ਪ੍ਰੋਫਾਈਲ ਕੇਸ ਸੀਗਾ ਜਿਹਨੂੰ ਇਮਰਾਨ ਖਾਨ ਦੀ ਸਰਕਾਰ ਦੇ ਦੌਰ ਦੇ ਵਿੱਚ ਦਾਇਰ ਕੀਤਾ ਗਿਆ ਔਰ ਇਮਰਾਨ ਖਾਨ ਨੇ ਆਖਿਆ ਸੀਗਾ ਕਿ ਇਹ ਹੁਣ ਪਾਕਿਸਤਾਨੀ ਅਦਾਲਤਾਂ ਦਾ ਇਮਤਿਹਾਨ ਹੈ ਕਿ ਉਹ ਕਿੱਡੇ ਘੱਟ ਵੇਲੇ ਦੇ ਵਿੱਚ ਇਨਸਾਫ ਦੇ ਕੇ ਰਿਕਾਰਡ ਬਣਾਉਂਦੀਆਂ ਨੇ। ਔਰ ਇਮਰਾਨ ਖਾਨ ਦੇ ਦੌਰ ਦੇ ਵਿੱਚ ਹੀ 90 ਦਿਨਾਂ 'ਚ ਇਸ ਕੇਸ ਦਾ ਫੈਸਲਾ ਸਾਹਮਣੇ ਆ ਗਿਆ ਸੀਗਾ ਜਿਹਨੂੰ ਮੁਲਜ਼ਮ ਵੱਲੋਂ ਵਕਫੇ ਦੇ ਨਾਲ ਉਤਲੀਆਂ ਅਦਾਲਤਾਂ 'ਚ ਚੈਲੰਜ ਕੀਤਾ ਜਾਂਦਾ ਰਿਹਾ ਹੈ। ਲਓ ਜੀ, ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਅੱਜ ਦਾ ਨਿਚੋੜ ਇੰਨਾ ਹੀ। ਮਸੂਦ ਮਲੀ ਪੰਜਾਬੀ ਰੇਡੀਓ USA ਦੇ ਸਭ ਸੁਣਨ ਔਰ ਦੇਖਣ ਵਾਲਿਆਂ ਵਾਸਤੇ ਖਬਰਾਂ ਦੇ ਅਗਲੇ ਬੁਲੇਟਿਨ ਦੇ ਨਾਲ ਕੱਲ ਇਸ ਵੇਲੇ ਫਿਰ ਤੁਹਾਡੇ ਰੂਬਰੂ ਹਾਜ਼ਰ ਹੋਏਗਾ। ਸੋ ਜੁੜੇ ਰਿਹਾ ਜੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਟੀਵੀ USA ਔਰ ਪੰਜਾਬੀ ਰੇਡੀਓ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ। ਜੇ ਹਜੇ ਤੱਕ ਤੁਸੀਂ ਇਹ ਪਲੇਟਫਾਰਮਸ ਜੁਆਇਨ ਨਹੀਂ ਕੀਤੇ, ਸਬਸਕ੍ਰਾਈਬ ਨਹੀਂ ਕੀਤੇ, ਘੰਟੀ ਦਾ ਬਟਨ ਨਹੀਂ ਦਬਾਇਆ ਤੇ ਇਹ ਸਾਰੇ ਕੰਮ ਕਰੋ ਤਾਂ ਜੇ ਤੁਹਾਨੂੰ ਤਾਜ਼ਾ ਬਤਾਜ਼ਾ ਅਪਡੇਟਸ ਮਿਲਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ 408 272 5200 ਔਰ 408 722 7698 ਯਾਨੀ 408 722 7698 ਡਾਇਲ ਕੀਤਾ ਜਾ ਸਕਦਾ ਹੈ। ਅੱਜ ਲਈ ਇਹਨਾਂ ਹੀ ਆਉਂਦੀਆਂ ਖਬਰਾਂ ਦੇ ਬੁਲੇਟਿਨ ਤੱਕ ਲਈ ਮੈਨੂੰ ਦਵੋ ਇਜਾਜ਼ਤਾਂ। ਫਿਰ ਮਿਲਾਂਗੇ ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।